ਸਵਾਗਤ ਹੈ ਤੁਹਾਡਾ ਚੈਨਲ ਹੂਬਹੂ ਰੂਬਰੂ ਦੇ ਵਿਹੜੇ। ਅੱਜ ਅਸੀਂ ਤੁਹਾਡੇ ਸਨਮੁਖ ਪੇਸ਼ ਕਰਾਂਗੇ ਗੌਤਮ ਜੀ ਨੂੰ। ਗੌਤਮ ਜੋ ਕਿ ਕੈਨੇਡਾ ਵਿੱਚ ਰਹਿ ਰਹੇ ਨੇ। ਇਹਨਾਂ ਦੀ ਪਿਛਲੇ ਦਿਨ ਹੀ ਇੱਕ ਗਜ਼ਲ ਕਾਵਿ ਰੂਪ ਨਾਲ ਸੰਬੰਧਿਤ ਕਿਤਾਬ ਰਿਲੀਜ਼ ਹੋਈ ਹੈ, ਸੁਪਨੇ ਸੌਣ ਨਾ ਦਿੰਦੇ। ਉਹਦੇ ਸੰਦਰਭ 'ਚ ਵੀ ਗੱਲ ਕਰਾਂਗੇ ਅਤੇ ਉਹ ਤੋਂ ਬਿਨਾਂ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਗੱਲ ਕਰਾਂਗੇ। ਆਓ ਫਿਰ ਤੁਹਾਨੂੰ ਮਿਲਾਉਂਦੇ ਹਾਂ ਅੱਜ ਗੌਤਮ ਜੀ। ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਕਲਮਾਂ ਦੇ ਰੂਬਰੂ ਵਿੱਚ। ਗੌਤਮ ਜੀ, ਤੁਹਾਡੇ ਕਲਮੀ ਸਫ਼ਰ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਸਫ਼ਰ ਬਾਰੇ ਗੱਲ ਕਰਨੀ ਚਾਹਾਂਗੇ। ਤੁਹਾਡਾ ਜਨਮ ਕਦੋਂ ਅਤੇ ਕਿਹੜੀ ਜਗ੍ਹਾ 'ਤੇ ਹੋਇਆ, ਤੁਹਾਡੇ ਮਾਤਾ ਪਿਤਾ ਬਾਰੇ ਅਤੇ ਉਹਨਾਂ ਦੇ ਕਿੱਤੇ ਬਾਰੇ ਜ਼ਰੂਰ ਦੱਸੋ। ਮੇਰਾ ਜਨਮ ਜੀ ਪਿੰਡ ਦੇ ਚੂੜ, ਜਿਹੜਾ ਕਿ ਨਕੋਦਰ ਤਹਿਸੀਲ ਦੇ ਵਿੱਚ ਪੈਂਦਾ ਆ, ਅਤੇ ਨਕੋਦਰ ਕਪੂਰਥਲਾ ਰੋਡ ਦੇ ਉੱਪਰ ਆ। ਇਹ ਤਲਵੰਡੀ ਸਲੇਮ ਜਿਹੜਾ ਕਿ ਪਾਸ਼ ਦਾ ਪਿੰਡ ਆ, ਉਹ ਪਿੰਡ ਦੇ ਬਿਲਕੁਲ ਨਾਲ ਦਾ ਪਿੰਡ ਆ, 1 ਕਿਲੋਮੀਟਰ ਤੋਂ ਦੂਰ ਆ। ਅਤੇ ਮੇਰਾ ਜਨਮ ਉੱਥੇ ਹੋਇਆ ਅਤੇ ਉੱਥੇ ਮੈਂ ਸਟੱਡੀ ਵੀ ਉੱਥੇ ਕੀਤੀ, ਮੁੱਢਲੀ ਸਿੱਖਿਆ ਵੀ ਉੱਥੇ ਲਈ। ਮੇਰੇ ਮਾਤਾ ਪਿਤਾ ਖੇਤੀ ਕਰਦੇ ਸੀਗੇ, ਸਾਡਾ ਜ਼ਮੀਨ ਸੀਗੀ ਅਤੇ ਅਸੀਂ ਉਹਨਾਂ ਜਿੰਨੀ ਕੁ ਆਪਣੀ ਖੇਤੀ ਕਰਦੇ ਸੀ, ਬਾਕੀ ਕੁਛ ਠੇਕੇ ਵਗੈਰਾ ਦਿੱਤੀ ਸੀਗੀ। ਅਤੇ ਅਸੀਂ ਇਸ ਤਰ੍ਹਾਂ ਦਾ ਸੀਗਾ, ਕੋਈ ਸਧਾਰਨ ਪਰਿਵਾਰ ਸੀਗਾ, ਕੋਈ ਮਿਡਲ ਕਲਾਸ ਫੈਮਿਲੀ ਕਹਿ ਸਕਦਾ। ਗੌਤਮ ਜੀ, ਹੁਣ ਆਪਣੀ ਪੜ੍ਹਾਈ ਲਿਖਾਈ ਬਾਰੇ ਦੱਸੋ। ਕਿਹੜੇ ਸਕੂਲਾਂ ਕਾਲਜਾਂ ਰਾਹੀਂ ਤੁਸੀਂ ਅਤੇ ਕਿਹੜੀ ਸਿੱਖਿਆ ਹਾਸਲ ਕੀਤੀ? ਮੈਂ ਜੀ ਮੁੱਢਲੀ ਸਿੱਖਿਆ ਤਾਂ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ, ਅਤੇ ਜਿਹੜਾ ਕਿ 5ਵੀਂ ਤੱਕ ਹੀ ਸੀਗਾ। ਉਸ ਤੋਂ ਬਾਅਦ ਫਿਰ ਨਾਲ ਦੇ ਪਿੰਡ ਉੱਗੀ ਵਿਖੇ ਅਤੇ ਉੱਥੇ ਮੈਂ ਆਪਣਾ 5ਵੀਂ ਤੋਂ ਲੈ ਕੇ 10ਵੀਂ ਤੱਕ ਉੱਥੇ ਫਿਰ ਪੜ੍ਹਾਈ ਕੀਤੀ। ਉਸ ਤੋਂ ਬਾਅਦ +1 +2 ਮੈਂ ਨਕੋਦਰ DAV ਕਾਲਜ ਤੋਂ ਕੀਤੀ ਮੈਡੀਕਲ ਸਾਇੰਸ ਵਿੱਚ, ਅਤੇ ਫਿਰ ਮੈਂ BSc ਜਿਹੜੀ ਆ ਉਹ ਨਵਾਬ ਜੱਸਾ ਸਿੰਘ ਆਹਲੂਵਾਲੀ ਆ ਸਰਕਾਰੀ ਕਾਲਜ ਕਪੂਰਥਲੇ ਤੋਂ ਕੀਤੀ ਮੈਡੀਕਲ ਸਾਇੰਸ ਵਿੱਚ। ਅਤੇ ਉਸ ਤੋਂ ਬਾਅਦ MSc ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਫੋਰੈਂਸਿਕ ਸਾਇੰਸ ਵਿੱਚ। ਅਤੇ ਫਿਰ ਮੈਂ B.Ed ਫਾਈਨਲ ਈਅਰ ਦੇ ਫਾਈਨਲ ਐਗਜ਼ਾਮ ਚੱਲਦੇ ਸੀਗੇ ਜਦੋਂ ਮੈਂ ਕੈਨੇਡਾ ਆ ਗਿਆ। ਉਹ ਮੈਂ ਐਡਮਿਸ਼ਨ ਲਈ ਸੀਗੀ MGN ਕਾਲਜ ਜਲੰਧਰ ਵਿੱਚ, ਅਤੇ ਪਰ 2002 ਵਿੱਚ ਫਿਰ ਮੈਂ ਪੂਰੀ ਨਹੀਂ ਕਰ ਸਕਿਆ, ਅਤੇ ਫਾਈਨਲ ਐਗਜ਼ਾਮ ਤੋਂ ਵਿੱਚ ਦੌਰਾਨ ਹੀ ਮੈਂ ਫਿਰ ਕੈਨੇਡਾ ਆ ਗਿਆ ਸੀ। ਗੌਤਮ ਜੀ, ਤੁਸੀਂ ਅੱਜ ਕੱਲ੍ਹ ਕੈਨੇਡਾ ਰਹਿ ਰਹੇ ਹੋ। ਜਰਾ ਇੰਡੀਆ ਤੋਂ ਕੈਨੇਡਾ ਤੱਕ ਦੇ ਸਫ਼ਰ ਬਾਰੇ ਗੱਲ ਕਰੋ। ਕੈਨੇਡਾ ਤੁਹਾਡਾ ਜਾਣਾ ਕਿਵੇਂ ਹੋਇਆ? ਮੈਂ 2002 ਤੋਂ ਇੱਥੇ ਰਹਿ ਰਿਹਾ ਕੈਨੇਡਾ 'ਚ, ਅਤੇ ਆਲਮੋਸਟ 18 ਸਾਲ ਹੋ ਗਏ। ਅਤੇ ਬਸ ਇਹ ਜਦੋਂ MSc ਕਰ ਲਈ, UGC ਮੇਰੀ ਕਲੀਅਰ ਸੀਗੀ, ਫਸਟ ਅਟੈਂਪਟ 'ਚ ਮੇਰੀ ਹੋ ਗਈ ਸੀਗੀ UGC ਕਲੀਅਰ। ਉਸ ਤੋਂ ਬਾਅਦ ਮੈਂ ਕਾਫੀ ਐਕਸਪੀਰੀਅੰਸ ਜਿਹੜੇ ਚੰਗੇ ਮਾੜੇ ਇੱਦਾਂ ਦੇ ਹੋਏ ਕਿ ਰਿਸਰਚ ਵਿੱਚ ਮੈਨੂੰ ਵੈਸੇ ਤਾਂ ਕਹਿ ਰਹੇ ਸੀਗੇ ਜਾਣ ਲਈ, ਪਰ ਮੈਨੂੰ ਐਕਸਪੀਰੀਅੰਸ ਬੜਾ ਗੁੱਡ ਨਹੀਂ ਰਿਹਾ। ਜਿਹੜੀ MSc ਮੈਂ ਬੜਾ ਕੁਛ ਦੇਖਿਆ ਸੀਗਾ, ਅਤੇ ਫਿਰ ਨੌਕਰੀ ਵਗੈਰਾ ਦੇ ਚੱਕਰ 'ਚ ਐਗਜ਼ਾਮ ਵਗੈਰਾ ਵੀ ਕਾਫੀ ਦਿੱਤੇ, IAS ਤੋਂ ਲੈ ਕੇ ਬੈਂਕ ਕਲਰਕ ਤੱਕ ਸਾਰੇ ਐਗਜ਼ਾਮ ਵਗੈਰਾ ਕਿਤੇ ਸੈਟਿੰਗ ਨਹੀਂ ਹੋਈ। ਫਿਰ B.Ed ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਫਿਰ ਮਨ ਉਚਾਟ ਜਿਹਾ ਹੋ ਗਿਆ ਵੀ, ਅਤੇ ਲੱਗਦਾ ਨਹੀਂ ਸੀਗਾ ਕਿ ਮੈਂ ਇੱਥੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਾਂਗਾ ਜਾਂ ਕੋਈ ਚੰਗੀ ਨੌਕਰੀ ਕਰ ਸਕਾਂਗਾ ਇੱਥੇ। ਸੋ ਫਿਰ ਅਸੀਂ ਚੰਗੀਆਂ ਸੰਭਾਵਨਾਵਾਂ ਦੀ ਖੋਜ ਵਿੱਚ ਹੀ ਮੈਂ ਫਿਰ ਕੈਨੇਡਾ ਦੀ ਧਰਤੀ 'ਤੇ ਆਇਆ। ਹੁਣ ਤੁਹਾਡੇ ਕਲਮੀ ਸਫ਼ਰ ਬਾਰੇ ਗੱਲ ਕਰਦੇ ਹਾਂ। ਗੌਤਮ ਜੀ, ਤੁਸੀਂ ਕਲਮੀ ਸਫ਼ਰ ਕਦੋਂ ਕੁ ਅਤੇ ਕਿਵੇਂ ਸ਼ੁਰੂ ਕੀਤਾ? ਸਾਹਿਤ ਦੀ ਕਿਸ ਵੰਨਗੀ ਵਿੱਚ ਤੁਸੀਂ ਲਿਖਿਆ ਜਾਂ ਲਿਖ ਰਹੇ ਹੋ? ਨਾਲ ਹੀ ਇਹ ਵੀ ਦੱਸੋ ਕਿ ਤੁਸੀਂ ਕਿਹੜੇ ਸਾਹਿਤਕਾਰਾਂ ਨੂੰ ਰੀਝ ਨਾਲ ਪੜ੍ਹਿਆ ਅਤੇ ਕਿੰਨਾ ਤੋਂ ਪ੍ਰਭਾਵਿਤ ਹੋਏ? ਹਾਂਜੀ, ਜਦੋਂ ਮੈਂ ਕਿਤਾਬ ਵਿੱਚ ਵੀ ਇਹ ਜ਼ਿਕਰ ਕੀਤਾ ਆ, ਜਿਹੜੀ ਮੇਰੀ ਕਿਤਾਬ ਛਪੀ ਆ, ਉਹਦੇ ਵਿੱਚ ਮੈਂ ਜਦੋਂ +2 ਵਿੱਚ ਪੜ੍ਹ ਰਿਹਾ ਸੀਗਾ, ਅਤੇ ਉਸ ਸਾਲ ਮੈਨੂੰ ਪੰਜਾਬੀ ਹਰਦਿਆਲ ਸਾਗਰ ਪ੍ਰੋਫੈਸਰ ਹਰਦਿਆਲ ਸਾਗਰ ਜੀ ਪੜ੍ਹਾ ਰਹੇ ਸੀ। ਸੋ ਉਹਨਾਂ ਦੀ ਸ਼ਖਸੀਅਤ ਤੋਂ, ਉਹਨਾਂ ਦੇ ਵਿਚਾਰਾਂ ਤੋਂ, ਅਤੇ ਇਸ ਤਰ੍ਹਾਂ ਮੈਂ ਪ੍ਰਭਾਵਿਤ ਹੋਇਆ ਕਿ ਮੇਰੇ ਅੰਦਰ ਜੋ ਵੀ ਸੀਗੇ ਵਿਚਾਰ, ਹਰ ਕੋਈ ਨੌਜਵਾਨ ਵਿਦਿਆਰਥੀ ਜਾਂ ਬੰਦੇ ਦੇ ਬੱਚਾ ਜੋ ਵੀ ਹੈਗਾ, ਉਹਦੇ ਵਿਚਕਾਰ ਜੋ ਜਜ਼ਬੇ ਜਿਹੜੇ ਉਹਦੇ ਪੈਦਾ ਹੁੰਦੇ ਆ, ਉਹ ਉਹਨੂੰ ਐਕਸਪ੍ਰੈਸ ਕਰਨਾ ਚਾਹੁੰਦਾ। ਕਈਆਂ ਨੂੰ ਸਾਧਨ ਮਿਲ ਜਾਂਦਾ, ਕਈਆਂ ਨੂੰ ਨਹੀਂ ਮਿਲਦਾ, ਕਈਆਂ ਦੇ ਸਾਧਨ ਵੀ ਅਲੱਗ-ਅਲੱਗ ਹੋ ਜਾਂਦੇ ਆ। ਸੋ ਮੇਰੀ ਖੁਸ਼ਨਸੀਬੀ ਹੈ ਕਿ ਜਿਹੜੇ ਮੇਰੇ ਅੰਦਰ ਜਜ਼ਬਾਤ
ਸੀਗੇ ਜਾਂ ਜਿਹੜੇ ਮੇਰੇ ਤੋਂ ਵਿਚਾਰ ਸੀਗੇ ਉਸ ਦੌਰਾਨ ਆ ਰਹੇ, ਤੇ ਉਹ ਮੈਂ ਉਹਨਾਂ ਨੂੰ ਹੌਲੀ ਹੌਲੀ ਕਲਮ ਰਾਹੀਂ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰਨਾ ਸ਼ੁਰੂ ਕੀਤਾ। ਪਹਿਲਾਂ ਸਧਾਰਨ ਕੁਝ ਸਮਾਜਿਕ ਮੁੱਦਿਆਂ ਦੇ ਉੱਤੇ ਜੋ ਵੀ ਕਰੰਟ ਵਗੈਰਾ ਹੁੰਦਾ ਸੀ, ਉਦੋਂ ਜੋ ਵੀ ਦੇਖੀਦਾ ਸੀਗਾ ਉਹ 'ਤੇ ਲਿਖਿਆ। ਹੌਲੀ ਹੌਲੀ ਫਿਰ ਜਿੱਦਾਂ ਦਾ ਸਮਝ ਆਉਂਦੀ ਗਈ, ਕੁਛ ਪੜ੍ਹਿਆ, ਕੁਛ ਹੋਰ ਜ਼ਿੰਦਗੀ ਦੇ ਤਜਰਬੇ ਸਮਝ ਆਉਂਦੀ ਗਈ, ਤੇ ਫਿਰ ਉਸ ਤਰ੍ਹਾਂ ਲਿਖਣੀ ਵੀ ਥੋੜ੍ਹੀ ਸੁਧਾਰ ਹੁੰਦਾ ਗਿਆ। ਤੇ ਫਿਰ ਜਦੋਂ ਮੈਂ BSc ਕਰਨ ਲੱਗ ਪਿਆ ਸੀਗਾ, ਤੇ ਉਦੋਂ ਹੀ ਫਿਰ ਮੇਰਾ ਕਾਲਜ ਵਿੱਚ ਮੇਰੀਆਂ ਰਚਨਾਵਾਂ ਕਾਫੀ ਸਲਾਹਿਆ ਗਿਆ, ਤੇ ਕਾਲਜ ਦੇ ਸਟੇਜਾਂ 'ਤੇ ਵੀ ਮੈਂ ਕਾਫੀ ਪਰਫੋਰਮ ਕੀਤਾ। ਕੁਝ ਹੋਰ ਦੋਸਤਾਂ ਨੇ ਵੀ ਮੇਰੀਆਂ ਰਚਨਾਵਾਂ ਨੂੰ ਗਾ ਕੇ ਵੀ ਉਹਦੇ ਵਿੱਚ ਮੈਨੂੰ ਕਾਫੀ ਮਾਣ ਸਨਮਾਨ ਵੀ ਮਿਲਿਆ। ਕਾਲਜ ਦਾ ਮੈਂ ਬੈਸਟ ਰਾਈਟਰ ਵੀ ਰਿਹਾ, ਤੇ ਫਿਰ MSc ਕਰਨ ਚਲ ਗਿਆ। ਫਿਰ ਇਸ ਤਰ੍ਹਾਂ ਹੀ ਮਤਲਬ ਸਫ਼ਰ ਚੱਲਦਾ ਰਿਹਾ ਲਿਖਣ ਦਾ ਨਾਲ ਨਾਲ, ਤੇ ਅੱਜ ਫਿਰ 25 ਸਾਲ ਬਾਅਦ ਫਿਰ ਕਿਤਾਬ ਦੇ ਰੂਪ ਵਿੱਚ ਉਹ ਪਾਠਕਾਂ ਨੂੰ ਮੈਂ ਪੇਸ਼ ਕਰ ਸਕਦਾ। ਤੇ ਮੇਰਾ ਜ਼ਿਆਦਾਤਰ ਪਹਿਲਾਂ ਤਾਂ ਮੈਂ ਗੀਤ, ਕਵਿਤਾ ਵੀ ਲਿਖੀ ਆ, ਗੀਤ ਵੀ ਲਿਖੇ ਆ, ਤੇ ਕੁਝ ਹੋਰ ਨਜ਼ਮਾਂ ਵੀ ਆ, ਪਰ ਮੋਸਟਲੀ ਜਿਹੜਾ ਮੇਰਾ ਰੁਝਾਨ ਸੀਗਾ ਉਹ ਗਜ਼ਲ ਦੇ ਵੱਲ ਹੀ ਸੀਗਾ। ਪਰ ਇਸ ਦੀ ਵਿਧਾ ਤੋਂ, ਗੈਰ ਵਜਨ ਤੋਂ ਮੈਂ ਵਾਕਿਫ ਨਹੀਂ ਸੀਗਾ। ਮੈਂ ਕੋਸ਼ਿਸ਼ ਬੜੀ ਕੀਤੀ ਜਾਣਨ ਦੀ, ਪਰ ਕੁਝ ਮੇਰੀ ਪੜ੍ਹਾਈ ਦਾ ਇੱਦਾਂ ਦਾ ਸੀਗਾ ਕਿ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਮਿਲਿਆ ਇਸ ਨੂੰ ਸਿੱਖਣ ਦਾ ਜਾਂ ਇਸ ਬਾਰੇ ਜਾਣਨ ਦਾ। ਤੇ ਫਿਰ ਪਰ ਜੋ ਵੀ ਮੈਂ ਲਿਖਦਾ ਸੀ ਉਹ ਬਹੁਤ ਕੁਝ ਗਜ਼ਲ ਦੇ ਲਾਗੇ ਛਾਗੇ ਲਿਖ ਰਿਹਾ ਸੀਗਾ। ਉਹ ਉਸ ਤਰ੍ਹਾਂ ਹੀ ਤੁਕਾਂਤ ਮਿਲ ਕੇ ਜਾਂ ਪ੍ਰਤੀਕ ਵਗੈਰਾ ਲੈ ਕੇ। ਤੇ ਪਰ ਫਿਰ ਮੈਂ ਇੱਥੇ ਕੈਨੇਡਾ ਆ ਕੇ ਕਾਫੀ ਚੰਗੇ ਉਸਤਾਦ ਸ਼ਾਇਰਾਂ ਨਾਲ ਸੰਗਤ ਕੀਤੀ, ਤੇ ਕਾਫੀ ਕੁਝ ਸਿੱਖਿਆ। ਪਰ ਮੈਨੂੰ ਪ੍ਰੋਪਰ ਫਿਰ ਜਿਹੜਾ ਹੈਗਾ ਉਹ ਸ਼੍ਰੀ ਕ੍ਰਿਸ਼ਨ ਭਨੋਟ ਜੀ ਨੇ ਗਾਈਡ ਕੀਤਾ। ਉਹਨਾਂ ਨੇ ਹੀ ਮੈਨੂੰ ਪੂਰਾ ਇੱਥੇ ਰੂਜ਼ ਬਾਰੇ ਜਾਣਕਾਰੀ ਦਿੱਤੀ, ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰੋਪਰ ਗਜ਼ਲ ਜਿਹੜੀ ਆ ਰੂਜ਼ ਵਿੱਚ ਪਹਿਰਾਂ ਵਿੱਚ ਉਹ ਲਿਖਣੀ ਸ਼ੁਰੂ ਕੀਤੀ। ਪਿਛਲੇ ਦਿਨੀ ਤੁਹਾਡੀ ਇੱਕ ਕਿਤਾਬ ਵੀ ਪਬਲਿਸ਼ ਹੋਈ ਹੈ ਜੋ ਕਿ ਗਜ਼ਲ ਕਾਵਿ ਰੂਪ ਨਾਲ ਸੰਬੰਧਿਤ ਹੈ। ਜਰਾ ਉਸ ਕਿਤਾਬ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ। ਹਾਂਜੀ, ਕਿਤਾਬ ਬੜੀ ਇਹ ਸਟੋਰੀ ਹੈ ਕਿ ਕਿਤਾਬ ਪਹਿਲਾਂ ਪੰਜਾਬ ਤੋਂ ਛਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਸਫਲ ਨਹੀਂ ਹੋ ਸਕਿਆ ਸੀ। ਕੋਈ ਕੁਝ ਜਿਹਨਾਂ ਨੇ ਛਾਪੀ ਉਹਨਾਂ ਨੇ ਕੋਈ ਵਧੀਆ ਤਰੀਕੇ ਨਾਲ ਇਹਦੀ ਛਪਾਈ ਹੋਈ ਨਹੀਂ ਜਿਸ ਤਰ੍ਹਾਂ ਦੇ ਚਾਹੁੰਦੇ ਸੀਗੇ। ਫਿਰ ਇੱਥੇ ਅਸੀਂ ਐਕਚੁਅਲੀ ਇੱਥੇ ਗਜ਼ਲ ਮੰਚ ਬਣਾਇਆ ਹੋਇਆ ਹੈ, ਜਿਹਦੇ ਵਿੱਚ ਸਾਡੇ ਜਸਵਿੰਦਰ ਜੀ ਪ੍ਰਧਾਨ ਆ, ਜਿਹੜੇ ਮਸ਼ਹੂਰ ਗਜ਼ਲਗੋ ਆ, ਕੁਲਵਿੰਦਰ ਚਾਂਦ ਆ, ਸਾਡਾ ਰਾਜਵੰਤ ਰਾਜ ਆ, ਮਨਪ੍ਰੀਤ ਆ, ਸਾਡੇ ਹੋਰ ਦੋਸਤ ਵੀ ਹੈਗੇ ਆ, ਵਿੱਚ ਆਪਣੇ ਗੁਰਮੀਤ ਸਿੱਧੂ ਆ, ਫਿਰ ਆਪਣਾ ਦਸ਼ਮੇਸ਼ ਗਿੱਲ ਜੀ ਆ, ਹਨਾ, ਹਰਦਮ ਮਾਨ ਜੀ ਆ, ਤੇ ਇਹ ਸਾਰੇ ਦੋਸਤ ਸਾਡੇ ਨਾਲ ਹੈਗੇ ਆ। ਤੇ ਅਸੀਂ ਫਿਰ ਜਦੋਂ ਇਹ ਕਿਤਾਬ ਸਾਨੂੰ ਨਹੀਂ ਸਾਡੇ ਉਮੀਦਾਂ ਮੁਤਾਬਕ ਛਪੀ, ਫਿਰ ਅਸੀਂ ਇਹਨੂੰ ਇੱਥੇ ਗਜ਼ਲ ਮੰਚ ਵੱਲੋਂ ਹੀ ਪ੍ਰਕਾਸ਼ਿਤ ਕੀਤਾ ਹੈ। ਤੇ ਅਸੀਂ ਆਪਣਾ ਇੱਥੇ ਕੈਨੇਡਾ ਵਿੱਚ ਰਜਿਸਟਰ ਕਰਾ ਕੇ ਇੱਥੋਂ ISBN ਨੰਬਰ ਲੈ ਕੇ ਤੇ ਇਹ ਕਿਤਾਬ ਨੂੰ ਪਹਿਲੀ ਕਿਤਾਬ ਜਿਹੜੀ ਆ ਉਹ ਮੈਂ ਫਿਰ ਆਪਣੀ ਕਿਤਾਬ ਤੋਂ ਹੀ ਸ਼ੁਰੂਆਤ ਕੀਤੀ। ਤੇ ਇਹ ਮੇਰਾ ਸਾਧਨਾ ਜਿਹੜੀ ਹੈਗੀ ਆ 20-25 ਸਾਲ ਦੀ, ਉਹਦਾ ਸਾਰਾ ਕੁਝ ਜੋ ਵੀ ਸੀਗਾ ਮੈਂ ਆਪਣੇ ਵਿਚਾਰ ਆਪਣੇ ਉੱਪਰ ਜਦੋਂ 2012 ਤੋਂ ਲੈ ਕੇ ਜਦੋਂ ਮੈਂ ਗਜ਼ਲ ਪ੍ਰੋਪਰ ਜਾਂ ਹੌਲੀ ਸ਼ੁਰੂ ਕੀਤੀ, 16 ਤੋਂ ਬਾਅਦ ਤਾਂ ਪ੍ਰੋਪਰ ਗਜ਼ਲ ਹੀ ਲਿਖ ਰਿਹਾ। ਤੇ ਉਹ ਫਿਰ 4-5 ਸਾਲ ਦਾ ਜਿਹੜਾ ਹੈਗਾ ਆ ਮੈਟਰ ਜਿਹੜਾ ਉਹ ਇਕੱਠਾ ਕਰਕੇ ਸਾਰਾ 60 ਗਜ਼ਲਾਂ ਹੈਗੀਆਂ ਇਹਦੇ ਵਿੱਚ। ਇਹ ਹੈਗੀ ਕਿਤਾਬ ਸੁਪਨੇ ਸੌਣ ਨਾ ਦਿੰਦੇ ਦਾ ਨਾਂ ਆ, ਤੇ ਇਹ ਆ ਗਈ ਹੈ ਮਾਰਕੀਟ 'ਚ ਅਵੇਲੇਬਲ ਆ, ਜੋ ਦੋਸਤ ਪੜ੍ਹਨਾ ਚਾਹੁਣ ਲੈ ਕੇ ਪੜ੍ਹ ਸਕਦੇ ਆ। ਇਹਦੇ ਵਿੱਚ ਜੋ ਵੀ ਹੈਗੀ ਮੇਰੇ ਐਕਸਪੀਰੀਅੰਸ ਹੈਗੇ ਆ 20-25 ਸਾਲ ਦੇ, ਪਰ ਗਜ਼ਲਾਂ ਜਿਹੜੀਆਂ ਉਹ 60 ਗਜ਼ਲਾਂ ਦੇ ਵਿਚਕਾਰ ਵਿੱਚ ਹੀ ਅਸੀਂ ਸੀਮਿਤ ਕਰਨਾ ਸ਼ੁਰੂ ਕੀਤਾ। ਗੌਤਮ ਜੀ, ਆਪਣੀਆਂ ਗਜ਼ਲਾਂ ਦੇ ਵਿਸ਼ੇ ਪੱਖ ਬਾਰੇ ਜ਼ਰੂਰ ਗੱਲ ਕਰੋ। ਕਿਹੜੇ ਵਿਸ਼ਿਆਂ ਨੂੰ ਤੁਸੀਂ ਆਪਣੀਆਂ ਗਜ਼ਲਾਂ ਵਿੱਚ ਪੇਸ਼ ਕੀਤਾ ਹੈ? ਦੇਖੋ ਜੀ, ਵਿਸ਼ਾ ਤਾਂ ਗਜ਼ਲ ਦਾ ਤਾਂ ਇਹ ਆ ਵੀ ਮੈਂ ਕੋਈ ਸੋਚ ਕੇ ਤਾਂ ਲਿਖਦਾ ਨਹੀਂ ਵੀ ਕਿਸੇ ਵਿਸ਼ੇ ਤੇ ਲਿਖਣਾ। ਜਦੋਂ ਕੁਝ ਸਮਾਜਿਕ ਵੀ ਆ, ਕੁਝ ਵੈਸੇ ਸਮਾਜਿਕ ਹੀ ਹੁੰਦੇ ਤਕਰੀਬਨ ਜ਼ਿਆਦਾਤਰ ਵਿਸ਼ੇ ਜਿਹੜੇ ਵੀ ਆ, ਜੋ ਸਮਾਜ ਵਿੱਚ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਉਹ 'ਤੇ ਹੀ ਫਿਰ ਆਪਣਾ ਵਿਚਾਰ ਬਣਦੇ ਆ, ਉਹ 'ਤੇ ਲਿਖਿਆ ਜਾਂਦਾ। ਮੁਹੱਬਤ ਹੋ ਗਈ, ਜੋ ਵੀ ਜਾਂ ਹੋਰ ਵਿਸ਼ੇ ਹੋ ਗਏ, ਜਾਂ ਸਮਾਜਿਕ ਜਿਹੜੇ ਚਿੰਤਨ 'ਤੇ ਜਾਂ ਥੋੜ੍ਹਾ ਕਰਕੇ ਵਿੱਚ ਘੋਖ ਕੇ ਵੀ ਇਹ ਕੀ ਹੋ ਰਿਹਾ ਤੇ ਕਿੱਦਾਂ ਹੋਣਾ ਚਾਹੀਦਾ, ਕਿਉਂ ਹੋ ਰਿਹਾ ਆ, ਇਹਦਾ ਕੀ ਹੋਣਾ ਚਾਹੀਦਾ ਸੀਗਾ, ਤੇ ਕੀ ਅਸੀਂ ਕਰ ਰਹੇ ਹਾਂ ਜਾਂ ਕੀ ਸਾਨੂੰ ਕਰਨਾ ਚਾਹੀਦਾ। ਮਤਲਬ ਕਾਫੀ ਉਹਦੇ ਵਿੱਚ ਜੋ ਆਪਣੇ ਵਿਚਾਰ ਮੈਂ ਆਪ ਸੋਚ ਸਮਝ ਕੇ ਆਪਣੀ ਸਮਝ ਮੁਤਾਬਕ
ਦੇਣ ਦੀ ਕੋਸ਼ਿਸ਼ ਕੀਤੀ ਆ, ਹੁਣ ਗਜ਼ਲਾਂ ਦੇ ਸ਼ੇਰਾਂ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਆ। ਸੋ ਵਿੱਚ ਵੱਖ-ਵੱਖ ਹਰ ਇੱਕ ਸ਼ੇਰ ਜਿਹੜਾ ਗਜ਼ਲ ਦਾ ਉਹ ਤਾਂ ਇੱਕ ਅਲੱਗ ਆਪਣੇ ਆਪ 'ਚ ਪੂਰਨ ਹੁੰਦਾ ਆ। ਸੋ ਇੱਕ ਗਜ਼ਲ ਵਿੱਚ ਵੀ ਕਾਫੀ ਮੁੱਦੇ ਆ ਜਾਂਦੇ ਆ, ਵਿੱਚ ਮੁਹੱਬਤ ਦੇ ਵੀ ਆ ਜਾਂਦਾ ਆ, ਇੱਕ ਸ਼ੇਰ ਵਿੱਚ ਸਮਾਜਿਕ ਸ਼ੇਰ ਵੀ ਆ ਜਾਂਦੇ ਆ, ਹੋਰ ਵੀ ਰੂਹਾਨੀਅਤ ਦੇ ਵੀ ਆ ਜਾਂਦੇ ਆ, ਤੇ ਜੋ ਵੀ ਆਪਣੇ ਹੋਰ ਵਿਚਾਰ ਵੀ ਆ ਜਾਂਦੇ ਜਿਹੜੇ ਦੁਨੀਆ ਨਾਲ ਜੁੜੇ ਹੋਏ, ਸਮਾਜ ਨਾਲ। ਇੱਦਾਂ ਡਿਫਰੈਂਟ ਵਿਸ਼ਿਆਂ ਤੇ ਚੱਲਦੀ ਹੈ। ਜਦੋਂ ਕੋਈ ਖਿਆਲ ਜਿੱਧਰ ਨੂੰ ਆ ਜਾਂਦਾ ਫਿਰ ਉਧਰ ਉਹ ਹੋ ਜਾਂਦੀ ਗਜ਼ਲ ਹੈ ਨਾ। ਕੋਈ ਇਹਦਾ ਖਾਸ ਸੋਚ ਕੇ ਨਹੀਂ ਕਦੀ ਵੀ ਲਿਖਿਆ ਵੀ ਹੁਣ ਕਿਸ ਵਿਸ਼ੇ ਤੇ ਲਿਖਣਾ, ਜਾਂ ਜਿਹੜਾ ਵਿਸ਼ਾ ਕਈ ਵਾਰੀ ਮਨ 'ਚ ਆ ਕੇ ਉਹ ਕਰ ਜਾਂਦਾ ਆ, ਫਿਰ ਹੌਲੀ ਵਿਚਾਰਾਂ ਦੇ ਸ਼ਬਦਾਂ ਦਾ ਰੂਪ ਲੈ ਕੇ ਉਹ ਬਾਹਰ ਨਿਕਲਦਾ, ਫਿਰ ਉਸ ਤਰ੍ਹਾਂ ਉਹ ਗਜ਼ਲ ਬਣ ਜਾਂਦੀ। ਗੌਤਮ ਜੀ, ਜਿਵੇਂ ਤੁਸੀਂ ਨਾ ਕੈਨੇਡਾ ਵਿੱਚ ਰਹਿ ਰਹੇ ਹੋ, ਤੁਹਾਡੇ ਕੈਨੇਡਾ ਵਿੱਚ ਪੰਜਾਬੀ ਸਾਹਿਤ ਦੀ ਕੀ ਸਥਿਤੀ ਆ? ਕਿਹੋ ਜਿਹੀਆਂ ਗਤੀਵਿਧੀਆਂ ਸਾਹਿਤ ਨਾਲ ਸੰਬੰਧਿਤ ਇੱਥੇ ਹੁੰਦੀਆਂ ਨੇ, ਜਿਹੜਾ ਉਹਨਾਂ ਬਾਰੇ ਜ਼ਰੂਰ ਜ਼ਿਕਰ ਕਰੋ। ਪੰਜਾਬੀ ਦਾ ਕਾਫੀ ਹੈ, ਤੇ ਪੰਜਾਬ ਜਾਂ ਦੂਸਰਾ ਐਕਚੁਅਲੀ ਜਿਹੜਾ ਇੱਥੇ ਕੈਨੇਡਾ ਦਾ ਜਿਹੜਾ ਸਰੀ ਆ, ਇਹ ਤਾਂ ਇੱਕ ਕਿਸਮ ਦਾ ਦੂਜਾ ਪੰਜਾਬ ਹੀ ਆ। ਇੱਥੇ ਕਾਫੀ ਸਭਾਵਾਂ ਬਣੀਆਂ ਹੋਈਆਂ ਆ, 7-8 ਤਾਂ ਹੈਗੀਆਂ ਜਿਹੜੀਆਂ ਨਾਮਵਰ ਹੈਗੀਆਂ, ਜਿਨ੍ਹਾਂ ਦੇ ਹਫ਼ਤੇ ਵਿੱਚ ਇੱਕ ਵਾਰ ਤਾਂ ਹੁੰਦਾ ਹੀ ਉਹਨਾਂ ਦਾ ਮੀਟਿੰਗ ਦਾ ਸੈਚਰਡੇ ਸੰਡੇ ਸਭਾਵਾਂ ਜਿਹੜੀਆਂ ਹੈਗੀਆਂ ਟਰਨ ਵਾਈਜ਼ ਜਿੱਦਾਂ ਹੁੰਦੀ ਹੈ। ਕੋਈ ਕਿਸੇ ਦੀ ਫਸਟ ਸੈਚਰਡੇ ਸੰਡੇ ਆ ਗਈ, ਕਿਸੇ ਦੀ ਸੈਕਿੰਡ ਆ ਗਈ, ਇੱਦਾਂ ਇੱਥੇ ਸੱਜਣ ਮਿੱਤਰ ਸਾਰੇ ਇਕੱਠੇ ਹੁੰਦੇ ਆ। ਹੁਣ ਕੁਛ ਕਰੋਨਾ ਕਰਕੇ ਇਸ ਸਾਲ ਬਹੁਤ ਹੋਇਆ ਨਹੀਂ ਕੁਛ ਵੀ, ਤੇ ਥੋੜਾ ਦੂਰੀ ਤਾਂ ਕਾਫੀ ਅੱਛਾ ਰਹਿੰਦਾ ਆ। ਜਦੋਂ ਗਰਮੀਆਂ ਆਉਂਦੀਆਂ ਤੇ ਪੰਜਾਬ ਤੋਂ ਵੀ ਕਾਫੀ ਸੱਜਣ ਮਿੱਤਰ ਆ ਜਾਂਦੇ ਇੱਧਰ ਮਿਲਣ ਗਿਲਣ ਵਾਲੇ, ਫਿਰ ਉਹਨਾਂ ਨਾਲ ਵੀ ਚੱਲਦਾ ਰਹਿੰਦਾ ਪ੍ਰੋਗਰਾਮ। ਇੱਦਾਂ ਹੀ ਮਤਲਬ ਉਹਨਾਂ ਦੇ ਸਨਮਾਨ ਵਿੱਚ ਜਾਂ ਉਹਨਾਂ ਦੇ ਸੁਣਨ ਲਈ ਕੋਈ ਪ੍ਰੋਗਰਾਮ ਰੱਖ ਲਈਦਾ ਆ। ਇਸ ਤਰ੍ਹਾਂ ਸਾਡਾ ਗਜ਼ਲ ਮੰਚ ਇਹ ਸਭ ਗਜ਼ਲ ਵਾਲੇ ਜਿਹੜੇ ਸੱਜਣ ਮਿੱਤਰ ਆ ਉਹੀ ਇੱਥੇ ਅਸੀਂ ਬੈਠੀ ਰਹੇ ਆ, ਵਿਚਾਰ ਚਰਚਾ ਕਰੀ ਦੀ, ਕੋਈ ਗਜ਼ਲ ਬਾਰੇ ਗੱਲ ਕਰੀ ਦੀ ਆ, ਉਹਦੇ ਵਿੱਚ ਫਿਰ ਸੁਣਾਈ ਦਾ, ਕੋਈ ਸੁਣੀ ਦਾ ਤੇ ਸਮਝੀ ਦਾ। ਬਾਕੀ ਸੱਜਣ ਮਿੱਤਰ ਹੋਰ ਸਭਾਵਾਂ 'ਚ ਵੀ ਮਤਲਬ ਮੈਂਬਰ ਹੈਗੇ, ਉਹਨਾਂ 'ਚ ਵੀ ਜਾਂਦੇ ਆ, ਤੇ ਅੱਛੇ ਆ ਸਾਰੇ ਪੰਜਾਬੀ। ਕਾਫੀ ਲੋਕਾਂ 'ਚ ਉਤਸ਼ਾਹ ਆ, ਪੰਜਾਬੀ ਲਿਖਦੇ ਵੀ ਕਾਫੀ ਆ ਲੋਕ, ਪੜ੍ਹਦੇ ਵੀ ਆ। ਅੱਛੀ ਸਥਿਤੀ ਹੈ, ਕੋਈ ਬੁਰੀ ਨਹੀਂ, ਪਰ ਜਿੱਦਾਂ ਦੀ ਪੰਜਾਬ 'ਚ ਬਾਕੀ ਤਾਂ ਗਾਂ ਤੋਂ ਗਾਂ ਪਾਠਕਾਂ ਦੀ ਤਾਂ ਪ੍ਰੋਬਲਮ ਹੈਗੀ ਆ। ਲੇਖਕਾਂ ਦੇ ਤਾਂ ਉਹ ਲੇਖਕ ਜ਼ਿਆਦਾ ਹੋ ਜਾਂਦੇ ਆ ਥੋੜੇ ਜਿਹੇ। ਸਾਰਿਆਂ ਨੂੰ ਚਲੋ ਚੰਗੀ ਗੱਲ ਹੈ, ਲਿਖਣਾ ਵੀ ਚਾਹੀਦਾ, ਤੇ ਜਿਹੜੇ ਲਿਖਣਗੇ ਪੜ੍ਹਨਗੇ ਵੀ। ਗੌਤਮ ਜੀ, ਆਪਣੀਆਂ ਕੁਝ ਗਜ਼ਲਾਂ ਜ਼ਰੂਰ ਦਰਸ਼ਕਾਂ ਨਾਲ ਸਾਂਝੀਆਂ ਕਰੋ। ਠੀਕ ਹੈ ਜੀ, ਮੈਂ ਕਿਤਾਬ 'ਚ ਇੱਕ ਦੋ ਗਜ਼ਲਾਂ ਤੁਹਾਨੂੰ ਸੁਣਾਵਾਂਗਾ। ਤੇ ਪਹਿਲਾਂ ਤਾਂ ਗਜ਼ਲ ਹੈ ਜਿਹੜੀ ਸੁਪਨੇ ਸੌਣ ਨਾ ਦਿੰਦੇ, ਉਸ ਗਜ਼ਲ ਦੇ ਜਿਸ ਸ਼ੇਰ ਦੇ ਉਹ ਗਜ਼ਲ ਜਿੱਥੋਂ ਇਹ ਸ਼ੇਰ ਕੱਢਿਆ ਲਿਖਿਆ ਨਾ ਉਹ ਸੁਣਾਉਣਾ। ਉਹ ਹੈਗਾ ਜੀ, ਗਰਦਿਸ਼ ਮੈਨੂੰ ਖੜਨ ਨਾ ਦੇਵੇ, ਤਾਰੇ ਭੌਣ ਨਾ ਦਿੰਦੇ। ਗਰਦਿਸ਼ ਮੈਨੂੰ ਖੜਨ ਨਾ ਦੇਵੇ, ਤਾਰੇ ਭੌਣ ਨਾ ਦਿੰਦੇ। ਜਾਗਦਿਆਂ ਟੁੱਟ ਜਾਵਣ ਫਿਰ ਵੀ ਸੁਪਨੇ ਸੌਣ ਨਾ ਦਿੰਦੇ। ਕਿਹੜੇ ਖੁੰਝੇ ਰੱਖਾਂ ਮੈਂ ਹੁਣ ਮਹਿਕਦੀਆਂ ਇਹ ਯਾਦਾਂ, ਮੇਰੇ ਘਰ ਦੇ ਫੁੱਲ ਹੀ ਮੈਨੂੰ ਘਰ ਮਹਿਕਾਉਣ ਨਾ ਦਿੰਦੇ। ਕਾਵਾਂ ਦੀ ਸਰਕਾਰ ਹੈ ਇੱਥੇ, ਸੁਰਤੇ ਹੈ ਪਾਬੰਦੀ, ਜਿਸ ਦੇ ਮਨ ਵਿੱਚ ਕੋਇਲ ਵਸਦੀ ਉਸਨੂੰ ਗਾਉਣ ਨਾ ਦਿੰਦੇ। ਗੈਰਾਂ ਦਾ ਪਿੜ ਗਾਉਂਦੇ ਗਾਉਂਦੇ ਕੱਸ ਗਈਆਂ ਨੇ ਖੁਰੀਆਂ, ਸਿਰ ਕਟਵਾਉਂਦੇ ਚੰਗੇ ਰਹਿੰਦੇ ਪਰ ਇਹ ਧੌਣ ਨਾ ਦਿੰਦੇ। ਵੇਚ ਰਹੇ ਨੇ ਅੱਜ ਵੀ ਮਾਲੀ, ਖੁਦ ਕਲੀਆਂ ਦੀ ਲਾਲੀ, ਜਿਸਮਾਂ ਦੇ ਸੌਦਾਗਰ ਹੱਥੀਂ ਚੂੜਾ ਪਾਉਣ ਨਾ ਦਿੰਦੇ। ਵੇਲਾ ਸੀ ਜਦ ਬੰਦ ਕਰੇ ਤੂੰ ਆਪਣੇ ਦਿਲ ਦੇ ਬੂਹੇ, ਸ਼ਾਮ ਪਈ ਹੁਣ ਕਿਹੜਾ ਆਵੇ ਰਸਤੇ ਆਉਣ ਨਾ ਦਿੰਦੇ। ਇਹ ਸੀ ਗਜ਼ਲ ਜਿਹੜੀ ਮੇਰੀ ਕਿਤਾਬ ਦਾ ਨਾਂ ਤੋਂ ਲਿਖਿਆ ਸੁਪਨੇ ਸੌਣ ਨਾ ਦਿੰਦੇ। ਤੇ ਹੁਣ ਤੁਹਾਨੂੰ ਇੱਕ ਗਜ਼ਲ ਮੈਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ। ਰਿਹਾ ਦਰਿਆ ਦਾ ਹੀ ਤਾਰੂ ਸਮੁੰਦਰ, ਤਰ ਨਹੀਂ ਹੋਇਆ। ਰਿਹਾ ਦਰਿਆ ਦਾ ਹੀ ਤਾਰੂ ਸਮੁੰਦਰ, ਤਰ ਨਹੀਂ ਹੋਇਆ। ਮੇਰੇ ਤੋਂ ਮਨ ਦੀਆਂ ਲਹਿਰਾਂ ਨੂੰ
पर नहीं होया रिहा दरिया दा ही तारू कदे गर जा कदे पर जाने पूरा होण ना दिता कदे गर जा कदे पर जाने पूरा होण ना दिता रेखा शामिल कदे सरवर नहीं होया मैं बूंदा विच रेहा शामिल कदे सरवर नहीं होया रेहा दरिया दा ही तारू मैं आपे आख आया सी नहीं परवाह कोई सिरदी मैं आपे आख आया सी नहीं परवाह कोई सर्दी जद लोड़ मैथों सिर तली तर नहीं होया रिहा दरिया दा ही तारू नदी दे वांग ही निकले ओ सोचां पहाड़ी चों नदी दे वांग ही निकले ओ सोचां पहाड़ी चों कई वारी के रुक जा अजे पर नहीं होया कई वारी के रुक जा रही सी शोर सिर ते हर समय वटिया दरख्तां दी रही सी शोर हर समय रही सी शोर सिर ते हर समय वटिया दरख्तां दी मैं बन के रह गया बूटा कदे तरवर नहीं होया रेखा दरिया दा ही तारू समंदर तर नहीं होया मेरे तो मन दिया लहरां नू काबू पर नहीं होया लो जी एक गजल और सुना देने पे तुहानू किताब की पहली गजल ही है इस बार बिछड़ के आबाचों हो ना मिलदा चंगा सी इस बार बिछड़ के आबाचों हो ना मिलदा चंगा सी रह जांदा परदा खुशबूदा फुल ना खिड़दा चंगा सी इस बार विछड़ के कुछ रंग बदलिया मौसम ने कुछ फुल दी सीरत बदली है कुछ रंग बदलिया मौसम ने कुछ
ਫੁੱਲ ਦੀ ਸੀਰਤ ਬਦਲੀ ਹੈ ਪੌਰ ਵਫਾ ਦੇ ਸਾਹਾਂ ਚੋਂ ਦਮ ਨਾ ਭਰਦਾ ਤੇ ਚੰਗਾ ਸੀ ਇਸ ਵਾਰ ਵਿਛੜ ਕੇ ख्वाबां दी तिखी चोटी ते कुछ बर्फ जिहा सी ना उसदा ख्वाबां दी तिखी चोटी ते कुछ बर्फ जिहा सी ना उसदा ना चढ़दी धुप तमन्ना दी ना खरदा ते चंगा सी इस बार विछड़ के ख्वाबां चों ना मिलदा ते चंगा सी तेरी भी हकीकत जान लई मेरा भी पर्दा उतर गया तेरी भी हकीकत जान लई मेरा भी पर्दा उतर गया एक भेद सी पक्की कोर जिहा ना छिलदा ते चंगा सी इस बार विछड़ के ख्वाबां चों ना मिलदा ते चंगा सी मच गए ने गौतम सब रिश्ते जिस मारू हाँ विश्वासां दे मच गए ने गौतम सब रिश्ते जिस मारू हाँ विश्वासां दे सुकिया जंगल बांसां दा जे ना हिलदा ते चंगा सी इस बार विछड़ के ख्वाबां चों ना मिलदा ते चंगा सी। ਗੌਤਮ ਜੀ, ਲਿਖਣ ਤੋਂ ਇਲਾਵਾ ਤੁਸੀਂ ਰੋਜੀ ਰੋਟੀ ਲਈ ਕੀ ਇੱਥੇ ਕੰਮਕਾਰ ਕਰਦੇ ਹੋ ਕੈਨੇਡਾ ਵਿੱਚ, ਜਰਾ ਉਹਦੇ ਬਾਰੇ ਵੀ ਗੱਲ ਕਰੋ। ਹਾਂਜੀ, ਮੇਰਾ ਕੰਸਟਰਕਸ਼ਨ ਦੇ ਵਿੱਚ ਕੰਮ ਕਰਦਾ। ਮੇਰਾ ਛੋਟੇ ਕੰਪਨੀਆਂ ਤੇ ਸਬ ਕੰਟਰੈਕਟ ਤੇ ਅੱਗੇ ਕਿਸੇ ਨਾਲ ਕੰਪਨੀ ਵੱਡੀ ਨਾਲ ਕੰਮ ਕਰਦਾ ਤੇ ਬਸ ਇਹੀ ਮੇਰਾ ਹੈਗਾ ਰੁਜ਼ਗਾਰ ਲਈ, ਇਹ ਰੋਟੀ ਪਾਣੀ ਲਈ ਇਹੀ ਕੰਮ ਚੱਲਦਾ। ਬਾਕੀ ਸਾਹਿਤ ਨਾਲ ਜਿਹੜਾ ਹੈਗਾ ਉਹ ਆਪਣਾ ਚੱਲੀ ਜਾਂਦਾ ਨਾਲ। ਅਖੀਰ ਵਿੱਚ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ। ਬਸ ਬਾਕੀ ਸਭ ਠੀਕ ਆ। ਇਹੀ ਹੈਗਾ ਵੀ ਜਿਹੜੇ ਤੁਹਾਡੇ ਸੁਣਨ ਵਾਲੇ ਦੋਸਤ ਮਿੱਤਰ ਤੁਹਾਡੇ ਹੈਗੇ ਉਹ ਕਿਤਾਬ ਜੇ ਪੜ੍ਹ ਸਕਣ, ਲੈ ਕੇ ਪੜ੍ਹ ਸਕਣ ਤਾਂ ਜ਼ਰੂਰ ਖੁਸ਼ੀ ਹੋਵੇਗੀ। ਅੱਛੀਆਂ ਗਜ਼ਲਾਂ ਆਪਣੀ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬਾਕੀ ਦੇਖੋ ਜੋ ਵੀ ਪੜ੍ਹਨ ਵਾਲੇ ਪਾਠਕ ਆ ਉਹ ਕੀ ਉਹਦੇ ਬਾਰੇ ਰਾਏ ਬਣਾਉਂਦੇ ਆ ਤਾਂ ਉਹਨਾਂ ਦੀ ਪੜ੍ਹਨ ਤੋਂ ਬਾਅਦ ਹੀ ਪਤਾ ਲੱਗੇਗਾ ਜੀ। ਵੀ ਤੁਸੀਂ ਸਾਡੇ ਪ੍ਰੋਗਰਾਮ ਲਈ ਸਮਾਂ ਕੱਢਿਆ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਵੀਰੇ ਤੇਰਾ ਵੀ, ਤੁਸੀਂ ਜਿਹੜਾ ਪਹੁੰਚ ਕੀਤੀ ਤੇ ਇਸ ਪ੍ਰੋਗਰਾਮ ਨੂੰ ਰਿਕਾਰਡ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਤੁਸੀਂ ਮਿਲਦੇ ਰਹੋ।